गुड मॉर्निंग ऑल। मैं रेनू GMS बरनाला जिला मानसा अज तुहानूं करा रहे हैं सैल जीवन की रचनात्मक ते क्रियात्मक इकाई सैल। असी लैसन शुरू करन लगे हाँ 8वीं क्लास का लैसन नंबर 8। सैल की हुंदा है? ये एक सैल दिखाया ठीक है जिहदे विच सैल ऑर्गेनेलीज हैगे आ, न्यूक्लीअस, साइटोप्लाज्म ते बाहरली आउटर बाउंड्री। जिवें एक स्कूल की आउटर बाउंड्री हुंदी है तां इहदी आउटर मैंबरेन नूं की कहा जाता है? प्लाज्मा मैंबरेन जां सैल झिल्ली। इहदे विच प्रोटोप्लाज्म हुंदा। प्रोटोप्लाज्म मीनस साइटोप्लाज्म इंकलूडिंग और ऑल ऑर्गेनेलीज जिवें माइटोकॉन्ड्रिया, क्लोरोप्लास्ट, न्यूक्लीअस। ये सारे की हैगी आ सैल दियां ऑर्गेनेलीज हैगियां। निकड़े अंग इन्हां सारियां नूं मिला के सैल बनता है। एक सैल जो है जीवन की मुढ़ली ते क्रियात्मक इकाई हैगी है। सैल दे विच ही सारे रचनात्मक ते क्रियात्मक काम हुंदे हन। ठीक है, हर एक सैल दे निकड़े अंग हैगे उन्हां दा अलग अलग फंक्शन हुंदा है। जिवें माइटोकॉन्ड्रिया, न्यूक्लीअस, प्लाज्मा झिल्ली, सैल वॉल। प्रोकैरियोटिक सैल अलग हुंदे ते यूकैरियोटिक सैल अलग हुंदे। असीं एक एक करके इन्हां दा अध्ययन करदे हैगे आ। सैल दे विच की पार्ट्स हुंदे आ जिवें ये असीं देख सकते हाँ कि एक सैल दिखाया पौधा सैल। इहदे विच रसधानी दिखाई है जिहड़ी कि सब तो ज़्यादा स्पेस ऑक्यूपाइड कीती हुई है। आओ प्यारे विद्यार्थियों असीं सैलां दा अध्ययन करिए। ये एक स्लाइड राहीं असीं शो करदे हैगे आ कि सैल जिहड़े हैगे आ एक सैल दे बाहरली मैंबरेन नूं सैल मैंबरेन कहते हैं। उहदे साइड ते सैल वॉल हुंदी है। न्यूक्लीअस होएगा, न्यूक्लीअस दे विच DNA अनुवंशिकता का पदार्थ हुंदा और न्यूक्लीअस की न्यूक्लीयर मैंबरेन, न्यूक्लीयर प्लाज्म वगैरह हुंदा। इहदे विच वैक्यूल्स होणगे। वैक्यूल दे विच क्या है? तरल पदार्थ भरिया हुंदा जिस दे करके सैल की रहिंदा टर्बिड रहिंदा हैगा। आओ असीं पौधा सैल का अध्ययन करते हैगे आ एक स्लाइड बना के। ठीक है, तो ये सीगा पौधा सैल। पौधे सैल दे विच की हुंदे आ? क्लोरोप्लास्ट हुंदे आ दिखाए हुए आ तुहाडे। क्लोरोप्लास्ट विच प्रकाश संश्लेषण किरिया होएगी। कार्बन डाइऑक्साइड प्लस वाटर, ग्लूकोज ते ऑक्सीजन ते इस सूरज की रोशनी की है यूज़ हुंदी हैगी है। ਤਾਂ ਅਸੀਂ ਅਨੀਅਨ ਦੀ ਪੀਲ ਦਾ ਅਧਿਐਨ ਕਰ ਸਕਦੇ ਹਾਂ। ਅਨੀਅਨ ਦੀ ਮੈਂਬਰੇਨ ਲੈਂਦੇ ਹਾਂ, ਉਹਦੇ ਵਿੱਚ ਇੱਟਾਂ ਵਰਗੀਆਂ ਸੰਰਚਨਾਵਾਂ ਦੇਖ ਸਕਦੇ ਹੈਗੇ ਹੋ। ਇਹਨਾਂ ਨੂੰ ਇੱਕ ਸੈੱਲ ਕਿਹਾ ਜਾਂਦਾ ਹੈ। ਹਰ ਇੱਕ ਸੈੱਲ ਦੀ ਕੀ ਹੁੰਦੀ ਹੈ? ਪਲਾਜ਼ਮਾ ਮੈਂਬਰੇਨ ਹੁੰਦੀ ਹੈ। ਉਹਦੇ ਵਿੱਚ ਕਿਆ ਹੋਏਗਾ? ਸੈੱਲ ਦਰਵ ਤੇ ਨਿਊਕਲੀਅਸ। ਇਹ ਅਨੀਅਨ ਪੀਲ ਦੀ ਸਲਾਈਡ ਦਿਖਾ ਰਹੇ ਹਾਂ ਔਰ ਇਹਦੇ ਵਿੱਚ ਕਲੋਰੋਪਲਾਸਟ ਵੀ ਹੈਗੇ ਆ ਹੁੰਦੇ ਹਨ ਜਿਹੜੇ ਕਿ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਰਦੇ ਹਨ। ਅਸੀਂ ਸੈੱਲਾਂ ਦੀ ਖੋਜ ਸਭ ਤੋਂ ਪਹਿਲਾਂ ਰੋਬਰਟ ਹੁੱਕ ਨੇ 1665 ਦੇ ਵਿੱਚ ਕੀਤੀ ਕਿਉਂਕਿ ਮਾਈਕਰੋਸਕੋਪ ਦੀ ਖੋਜ ਦੇ ਨਾਲ। ਤਾਂ ਸਭ ਤੋਂ ਪਹਿਲਾਂ ਰੋਬਰਟ ਹੁੱਕ ਨੇ ਕੋਰਕ ਦੇ ਸੈੱਲਾਂ ਦਾ ਅਧਿਐਨ ਕੀਤਾ। ਉਸਨੇ ਪਾਇਆ ਕਿ ਇਹ ਸੈੱਲ ਡੈੱਡ ਸੈੱਲਾਂ ਦਾ ਅਧਿਐਨ ਕੀਤਾ ਕੋਰਕ ਦੇ ਵਿੱਚ। ਤਾਂ ਇਹ ਕੀ ਸੀਗੇ? ਹੈਕਸਾਗਨਲ ਸੀਗੇ, ਮਧੂਮੱਖੀਆਂ ਦੇ ਇੱਕ ਛੱਤੇ ਦੀ ਤਰ੍ਹਾਂ ਸੀਗੇ। ਰੋਬਰਟ ਹੁੱਕ ਨੇ ਮਾਈਕਰੋਸਕੋਪ ਦੇ ਰਾਹੀਂ ਸਭ ਤੋਂ ਪਹਿਲਾਂ ਕੋਰਕ ਦੇ ਸੈੱਲਾਂ ਦਾ ਅਧਿਐਨ ਕੀਤਾ। 1635 ਈਸਵੀ ਦੇ ਵਿੱਚ ਜਿਹੜਾ ਹੈਗਾ ਰੋਬਰਟ ਹੁੱਕ ਨੇ ਸਭ ਤੋਂ ਪਹਿਲੀ ਵਾਰੀ ਡੈੱਡ ਕੋਰਕ ਸੈੱਲਾਂ ਦਾ ਅਧਿਐਨ ਕੀਤਾ। ਉਸਨੇ ਦੇਖਿਆ ਕਿ ਜਿਹੜੇ ਸੈੱਲ ਹੈਗੇ ਆ ਉਹ ਇੱਕ ਬਕਸਿਆਂ ਦੀ ਤਰ੍ਹਾਂ ਜਿਸ ਤਰ੍ਹਾਂ ਮਧੂਮੱਖੀਆਂ ਦੇ ਛੱਤੇ ਦੇ ਵਿੱਚ ਹੁੰਦੇ ਹਨ। ਤਾਂ ਅਸੀਂ ਸੋਚ ਸਕਦੇ ਹਾਂ ਕਿ ਇੱਕ ਅੰਡਾ, ਠੀਕ ਹੈ, ਉਬਲਿਆ ਹੋਇਆ ਅੰਡਾ ਹੈਗਾ ਚਿਕਨ ਐਗ। ਇਹ ਵੀ ਇੱਕ ਹੀ ਸੈੱਲ ਹੈ ਜਿਹਦੇ ਵਿੱਚ ਬਾਹਰਲੀ ਮੈਂਬਰੇਨ ਪਲਾਜ਼ਮਾ ਮੈਂਬਰੇਨ ਹੁੰਦੀ ਹੈ। ਵਿਚਕਾਰ ਜੋਕ ਯੈਲੋ ਪੀਲੇ ਵਾਲਾ ਪਾਰਟ ਉਹਨੂੰ ਜੋਕ ਕਹਿੰਦੇ ਆ ਔਰ ਵਾਈਟ ਵਾਲੇ ਪਾਰਟ ਨੂੰ ਅਸੀਂ ਕੀ ਬੋਲਦੇ ਹਾਂ? ਐਲਬਿਊਮਿਨ। ਇਹ ਇੱਕ ਸੈੱਲ ਹੈਗਾ ਜਿਸ ਨੂੰ ਅਸੀਂ ਨੰਗੀ ਅੱਖ ਨਾਲ ਦੇਖ ਸਕਦੇ ਹਾਂ, ਅੰਡਾ। ਔਰ ਯੂਨੀਸੈਲੂਲਰ ਸੈੱਲਾਂ ਦੀ ਕਈ ਤਰ੍ਹਾਂ ਦੇ ਹੁੰਦੇ ਹਨ, ਯੂਨੀਸੈਲੂਲਰ ਅਤੇ ਮਲਟੀ ਸੈਲੂਲਰ। ਯੂਨੀਸੈਲੂਲਰ ਦੇ ਵਿੱਚ ਅਸੀਂ ਅਮੀਬਾ ਦੇਖ ਸਕਦੇ ਹੋ। ਅਮੀਬਾ ਜਿਹੜਾ ਹੈਗਾ ਇੱਕ ਸੈੱਲਾ ਜੰਤੂ ਹੁੰਦਾ। ਇਹਦੇ ਵਿੱਚ ਪਲਾਜ਼ਮਾ ਝਿੱਲੀ, ਸਾਈਟੋਪਲਾਜ਼ਮ ਅਤੇ ਨਿਊਕਲੀਅਸ ਹੋਏਗਾ। ਨਿਊਕਲੀਅਸ ਦੇ ਵਿੱਚ DNA ਹੁੰਦਾ ਜਿਸ ਦੇ ਉੱਤੇ ਜੀਨਸ ਲੱਗੇ ਹੁੰਦੇ ਹਨ। ਠੀਕ ਹੈ, ਇੱਕ ਸੈੱਲ ਹੀ ਸਾਰੀਆਂ ਕਿਰਿਆਵਾਂ ਕਰਦਾ ਹੈਗਾ। ਅਮੀਬਾ ਆਪਣੇ ਆਭਾਸੀ ਪੈਰਾਂ ਦੇ ਨਾਲ ਸੂਡੋਪੋਡੀਆ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਦੀ ਹੈਲਪ ਨਾਲ ਲੋਕੋਮੋਸ਼ਨ ਤੁਰੇਗਾ ਔਰ ਇਹ ਭੋਜਨ ਸਾਹ ਕਿਰਿਆ ਭੋਜਨ ਅੰਤਰਗ੍ਰਹਿਣ ਵਿਧੀ ਫੈਗੋਸਾਈਟੋਸਿਸ ਰਾਹੀਂ ਲੈਂਦਾ ਹੈ। ਮੀਨਸ ਪਲਾਜ਼ਮਾ ਝਿੱਲੀ ਰਾਹੀਂ ਭੋਜਨ ਦਾ ਇਨਟੇਕ ਇਨਗਲਫਿੰਗ ਹੁੰਦੀ ਹੈ ਔਰ ਪਲਾਜ਼ਮਾ ਝਿੱਲੀ ਰਾਹੀਂ ਹੀ ਭੋਜਨ ਦੀ
ਐਗਜ਼ੇਲ ਹੁੰਦਾ ਹੈ। ਐਗਜ਼ੋਸਾਈਟੋਸਿਸ ਅਤੇ ਐਂਡੋਸਾਈਟੋਸਿਸ ਜੋ ਹੈ ਪਲਾਜ਼ਮਾ ਝਿੱਲੀ ਰਾਹੀਂ ਹੋਏਗੀ। ਇੱਕ ਅਮੀਬਾ ਕੀ ਹੈ, ਯੂਨੀਸੈਲੂਲਰ ਹੈ, ਇਹਦੇ ਵਿੱਚ ਸੂਡੋਪੋਡੀਆ, ਇਹਦਾ ਸਾਈਟੋਪਲਾਜ਼ਮ ਜਿੱਧਰ ਫਲੋ ਕਰਦਾ ਹੈਗਾ ਤਾਂ ਉੱਧਰ ਕੀ ਬਣ ਜਾਂਦੇ ਆ, ਸੂਡੋਪੋਡੀਆ ਦੀ ਹੈਲਪ ਨਾਲ ਅਮੀਬਾ ਕੀ ਹੈ ਤੁਰਦਾ ਹੈਗਾ। ਤਾਂ ਇਹ ਕੀ ਹੋ ਗਿਆ, ਯੂਨੀਸੈਲੂਲਰ। ਔਰ ਪੈਰਾਮੀਸ਼ੀਅਮ ਵੀ ਇੱਕ ਯੂਨੀਸੈਲੂਲਰ ਔਰਗੈਨਿਜ਼ਮ ਹੈਗਾ। ਪੈਰਾਮੀਸ਼ੀਅਮ ਜਿਹੜਾ ਹੈਗਾ ਸਿਲੀਆ ਦੀ ਹੈਲਪ ਨਾਲ ਚੱਲਦਾ ਹੈਗਾ। ਇੱਕ ਸੈੱਲ ਦੇ ਵਿੱਚ ਹੀ ਸਾਹ ਕਿਰਿਆ, ਮਲ ਤਿਆਗ, ਭੋਜਨ ਦਾ ਪੱਕਣਾ, ਲੈਣਾ, ਸਾਰੀਆਂ ਕਿਰਿਆਵਾਂ ਹੁੰਦੀਆਂ ਹਨ। ਇਹ ਪੈਰਾਮੀਸ਼ੀਅਮ ਦੀ ਸਲਾਈਡ ਹੈਗੀ ਹੈ, ਕਿਉਂਕਿ ਅੱਜ ਕੱਲ੍ਹ ਔਰ RBC ਸੈੱਲਾਂ ਦੇ ਆਕਾਰ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਅਮੀਬਾ ਪੈਰਾਮੀਸ਼ੀਅਮ 'ਚ ਤੁਸੀਂ ਦੇਖ ਸਕਦੇ ਹੋ ਸਲੀਪਰ ਸ਼ੇਪ RBCs, ਰੈੱਡ ਬਲੱਡ ਸੈੱਲਸ, ਠੀਕ ਆ, ਗੋਲ ਹੈਗੇ ਆ, ਬਿਨਾਂ ਨਿਊਕਲੀਅਸ ਤੋਂ ਹੈਗੇ ਆ, ਇਹਨਾਂ ਦਾ ਲਾਈਫ ਟਾਈਮ 120 ਡੇਜ਼ ਹੁੰਦਾ ਹੈਗਾ। ਤਾਂ ਇਹ ਸੀਗੇ ਸੈੱਲਾਂ ਦੀ ਸ਼ੇਪ ਅਤੇ ਆਕਾਰ। ਅੱਗੇ ਬਲੱਡ ਸੈੱਲ ਵੀ ਕਈ ਤਰ੍ਹਾਂ ਦੇ ਹੁੰਦੇ ਆ, WBC, RBCs, ਮੋਨੋਸਾਈਟ, ਲਿੰਫੋਸਾਈਟ, ਬੈਸੋਫਿਲ, ਠੀਕ ਹੈ। ਇਹਨਾਂ ਦਾ ਆਕਾਰ ਅਤੇ ਸਾਈਜ਼ ਔਰ ਲਾਈਫ ਟਾਈਮ ਸਪੈਨ ਅਲੱਗ ਅਲੱਗ ਹੁੰਦਾ। ਸਾਡਾ ਬ੍ਰੇਨ ਜਿਹੜਾ ਹੈਗਾ ਅਤੇ ਸਪਾਈਨਲ ਕੋਰਡ ਕਈ ਤਰ੍ਹਾਂ ਦੇ ਸੈੱਲਾਂ ਦੀ ਬਣੀ ਹੁੰਦੀ ਹੈ। ਇਹਨਾਂ ਨੂੰ ਕੀ ਕਿਹਾ ਜਾਂਦਾ, ਨਿਊਰੋਨ। ਨਿਊਰੋਨ ਅਤੇ ਡੈਂਡਰਾਈਟ ਅਤੇ ਐਕਜ਼ੋਨ ਅਤੇ ਟਰਮੀਨਲ ਐਂਡਸ ਹੁੰਦੇ ਹਨ। ਇਹ ਸਾਡੀਆਂ ਸੈਂਸੇਸ਼ਨ ਨੂੰ ਮਸਲਸ ਤੋਂ ਬ੍ਰੇਨ ਤੱਕ ਔਰ ਬ੍ਰੇਨ ਤੋਂ ਸਕਿਨ ਤੱਕ ਪਹੁੰਚਾਉਂਦੇ ਹਨ। ਮੀਨਸ ਸਾਡੀਆਂ ਸੈਂਸਰੀਆਂ ਸੰਵੇਦਨਾਵਾਂ ਕਾਹਦੇ ਕਰਕੇ ਹੁੰਦੀਆਂ, ਨਿਊਰੋਨਸ ਦੇ ਕਰਕੇ ਸੰਵੇਦਨਾਵਾਂ ਹੁੰਦੀਆਂ ਹਨ। ਔਰ ਸੈੱਲਾਂ ਦੇ ਆਕਾਰ, ਸ਼ੇਪ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਹਨ। ਜਿਵੇਂ ਕਾਰਡੀਅਕ ਮਸਲਸ ਹੈ ਉਹ ਸਪਿੰਡਲ ਸ਼ੇਪ ਦੇ ਹੋਣਗੇ। ਸਕੈਲਟਨ ਜਾਂ ਸਮੂਥ ਮਸਲਸ ਹੈਗੇ ਆ ਉਹ ਧਾਰੀਦਾਰ ਹੁੰਦੇ ਆ, ਠੀਕ ਹੈ। ਤਾਂ ਇੱਦਾਂ ਸ਼ੇਪ ਅਲੱਗ ਅਲੱਗ ਹੁੰਦੀ ਆ। ਆਓ ਪਿਆਰੇ ਵਿਦਿਆਰਥੀਓ, ਅਸੀਂ ਇੱਕ ਕਰਕੇ ਸਾਰੇ ਸੈੱਲ ਦੇ ਨਿਕਲੇ ਅੰਗਾਂ ਦੇ ਔਰਗਨੈਲਿਸ ਦਾ ਅਧਿਐਨ ਕਰੀਏ। ਸਭ ਤੋਂ ਪਹਿਲਾਂ ਪਲਾਜ਼ਮਾ ਮੈਂਬਰੇਨ। ਪਲਾਜ਼ਮਾ ਮੈਂਬਰੇਨ ਆਊਟਰ ਮੈਂਬਰੇਨ ਜਿਹੜੀ ਸੈੱਲ ਦੀ ਹੁੰਦੀ ਆ ਉਹਨੂੰ ਕੀ ਕਿਹਾ ਜਾਂਦਾ ਹੈਗਾ, ਪਲਾਜ਼ਮਾ ਮੈਂਬਰੇਨ। ਪਲਾਜ਼ਮਾ ਮੈਂਬਰੇਨ ਸੈਮੀ ਪਰਮੀਏਬਲ ਮੈਂਬਰੇਨ ਹੁੰਦੀ ਹੈ। ਸਿਲੈਕਟਿਵ ਚੀਜ਼ਾਂ ਨੂੰ ਹੀ, ਚੁਣਨਯੋਗ ਜਿਹੜੀਆਂ ਸੈੱਲ ਨੂੰ ਲੋੜੀਂਦੀਆਂ ਦੇ ਪਦਾਰਥਾਂ ਉਹਨਾਂ ਨੂੰ ਹੀ ਅੰਦਰ ਜਾਣ ਦਿੰਦੀ ਹੈਗੀ ਹੈ। ਤਾਂ ਇਹ ਵੱਧ ਘਣਤਾ ਤੋਂ ਘੱਟ ਘਣਤਾ ਕੰਨੀ, ਠੀਕ ਹੈ, ਜਿਹੜੇ ਵੀ ਸੈੱਲ ਲਈ ਲੋੜੀਂਦੇ ਪਦਾਰਥ ਹੈਗੇ ਆ ਉਹ ਕੀ ਹੈ, ਸੈੱਲ ਦੇ ਅੰਦਰ ਚਲੇ ਜਾਂਦੇ ਹਨ ਪਲਾਜ਼ਮਾ ਝਿੱਲੀ ਰਾਹੀਂ। ਇਹਨੂੰ ਸੈਮੀ ਪਰਮੀਏਬਲ ਮੈਂਬਰੇਨ ਕਹਿੰਦੇ ਹਨ। ਪਰ ਪੌਦਾ ਸੈੱਲ ਦੇ ਵਿੱਚ ਪਲਾਜ਼ਮਾ ਝਿੱਲੀ ਤੋਂ ਬਾਹਰ ਕੀ ਹੁੰਦੀ ਹੈ, ਸੈੱਲ ਕੰਧ ਹੁੰਦੀ ਹੈ, ਜਿਸ ਨੂੰ ਸੈੱਲ ਵਾਲ ਕਿਹਾ ਜਾਂਦਾ ਹੈਗਾ। ਇਹ ਸੈਲੂਲੋਜ਼ ਦੀ ਬਣੀ ਹੁੰਦੀ ਹੈ, ਕਿਉਂਕਿ ਪੌਦਿਆਂ ਨੇ ਇੱਕ ਹੀ ਜਗ੍ਹਾ ਖੜ੍ਹੇ ਰਹਿਣਾ ਹੈਗਾ, ਤਾਂ ਕਰਕੇ ਉਹਨਾਂ ਦੇ ਵਿੱਚ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਸੈਲੂਲੋਜ਼ ਤੋਂ ਬਣੀ ਸੈੱਲ ਕੰਧ ਹੁੰਦੀ ਹੈ, ਜਿਹੜੀ ਕਿ ਪੌਦਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈਗੀ ਆ ਔਰ ਪੌਦਿਆਂ ਨੂੰ ਪ੍ਰੋਟੈਕਸ਼ਨ ਰੱਖਦੀ ਹੈ। ਪੌਦਾ ਸੈੱਲ ਦੇ ਵਿੱਚ ਇੱਕ ਹੀ ਵੈਕਿਊਲ ਹੁੰਦਾ ਹੈ, ਜਿਸ ਦੇ ਕਰਕੇ ਨਿਊਕਲੀਅਸ ਕੀ ਹੈ ਸਾਈਡ 'ਤੇ ਚਲਾ ਜਾਂਦਾ ਔਰ ਸੈੱਲ ਵਾਲ ਹੁੰਦੀ ਹੈਗੀ ਆ, ਠੀਕ ਹੈ। ਇਹ ਪੌਦਾ ਸੈੱਲ ਅਤੇ ਜੰਤੂ ਸੈੱਲ ਦੇ ਵਿੱਚ ਡਿਫਰੈਂਸ ਹੈਗਾ। ਕਲੋਰੋਪਲਾਸਟ ਵੀ ਹੁੰਦੇ ਆ ਪੌਦਾ ਸੈੱਲ ਦੇ ਵਿੱਚ। ਨਿਊਕਲੀਅਸ ਦੇ ਬਾਹਰ ਕੀ ਹੁੰਦੀ ਹੈ, ਨਿਊਕਲੀਅਰ ਮੈਂਬਰੇਨ ਹੁੰਦੀ ਹੈ। ਨਿਊਕਲੀਅਰ ਦੇ ਵਿੱਚ ਜਿਹੜਾ ਪਲਾਜ਼ਮ ਹੋਏਗਾ ਉਹਨੂੰ ਨਿਊਕਲੀਓਪਲਾਜ਼ਮ ਕਹਿੰਦੇ ਆ। ਇਹਦੇ ਵਿੱਚ DNA ਵਗੈਰਾ ਹੋਏਗਾ। DNA ਤੋਂ DNA ਤੋਂ ਦੇ ਉੱਤੇ ਜੀਨਸ ਲੱਗੇ ਹੁੰਦੇ ਆ। ਉਹ ਜੀਨਸ ਕੀ ਹੈ, ਨਿਊਕਲੀਅਰ ਮੈਂਬਰੇਨ ਰਾਹੀਂ ਕੀ ਆ ਜਾਂਦੇ ਆ, ਬਾਹਰ ਆ ਜਾਂਦੇ ਹੈਗੇ ਆ। ਤਾਂ ਇੱਦਾਂ ਪ੍ਰੋਟੀਨ ਦੀ ਸਿੰਥਸਿਸ ਹੁੰਦੀ ਹੈਗੀ ਆ, ਠੀਕ ਹੈ। DNA ਨੂੰ ਅਨੁਵੰਸ਼ਿਕਤਾ ਦਾ ਮਟੀਰੀਅਲ ਕਹਿੰਦੇ ਆ। ਉਹਦੇ ਉੱਤੇ ਜੀਨਸ ਲੱਗੇ ਹੁੰਦੇ ਆ। ਇਹ ਜੀਨਸ ਨਿਊਕਲੀਓਪਲਾਜ਼ਮ ਤੋਂ ਸਾਈਟੋਪਲਾਜ਼ਮ 'ਤੇ ਮਤਲਬ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ 'ਚ ਜਾਂਦੇ ਹੈਗੇ ਆ। ਤਾਂ ਜਿਸ ਦੇ ਕਰਕੇ, ਠੀਕ ਹੈ, ਉਹ ਹੁੰਦਾ ਹੈਗਾ ਅਨੁਵੰਸ਼ਿਕਤਾ। ਸਾਡੇ ਕਰੈਕਟਰ ਸਾਡੇ ਮਾਂ ਬਾਪ ਦੇ ਨਾਲ ਮਿਲਦੇ ਹਨ। ਉਸ ਤੋਂ ਬਾਅਦ ਹੈਗਾ ਕਲੋਰੋਪਲਾਸਟ। ਜਿਹੜੇ ਪੌਦਾ ਸੈੱਲ ਹੁੰਦੇ ਆ ਉਹਨਾਂ ਦੇ ਵਿੱਚ ਕਲੋਰੋਪਲਾਸਟ ਹੁੰਦੇ ਆ। ਆਊਟਰ ਮੈਂਬਰੇਨ, ਇਨਰ ਮੈਂਬਰੇਨ। ਇਹਦੇ ਵਿੱਚ ਥੈਲਾਕੋਲਾਈਡਸ ਦਾ ਢੇਰ ਹੁੰਦਾ ਔਰ ਇਹਦੇ ਵਿੱਚ ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੁੰਦੀ ਹੈ। ਇਹਨਾਂ ਥੈਲਾਕੋਲਾਈਡਸ ਦੇ ਢੇਰ ਨੂੰ ਅਸੀਂ ਗ੍ਰੈਨਾ ਕਹਿੰਦੇ ਹੈਗੇ ਆ। ਇਹਦੇ ਵਿੱਚ ਸ਼ੂਗਰ ਅਸੀਮੀਲੇਸ਼ਨ ਹੁੰਦੀ ਹੈਗੀ ਹੈ, ਸ਼ੂਗਰ ਬਣਦੀ ਹੈਗੀ ਹੈ, ਜਿਹੜੀ ਕਿ ਪੌਦੇ ਦੇ ਅਲੱਗ ਅਲੱਗ ਭਾਗਾਂ ਦੇ ਵਿੱਚ ਇਕੱਠੀ ਹੋ ਜਾਂਦੀ ਹੈ। ਹਰੇ ਪੱਤਿਆਂ ਦੇ ਵਿੱਚ ਕਲੋਰੋਫਿਲ ਨਾਮ ਦਾ ਪਿਗਮੈਂਟ ਹੁੰਦਾ, ਜਿਹੜਾ ਕਾਰਬਨ ਡਾਈਆਕਸਾਈਡ ਅਤੇ ਵਾਟਰ ਦੇ ਨਾਲ ਕਿਰਿਆ ਕਰਕੇ ਕਾਰਬੋਹਾਈਡਰੇਟ ਅਤੇ ਆਕਸੀਜਨ ਬਣਾਉਂਦਾ ਹੈਗਾ। ਤਾਂ ਇੱਦਾਂ ਸਾਡੀ ਫੋਟੋਸਿੰਥਸਿਸ ਰਿਐਕਸ਼ਨ ਹੁੰਦੀ ਹੈਗੀ ਹੈ। ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੋਏਗੀ ਪੌਦੇ ਦੇ ਹਰੇ ਭਾਗ ਪੱਤਿਆਂ ਦੇ ਵਿੱਚ। ਇਸ ਤੋਂ ਬਿਨਾਂ ਪੱਤੇ ਦੇ ਹੇਠਲੇ ਹਿੱਸੇ 'ਤੇ ਸਟੋਮੈਟਾ ਹੁੰਦੇ ਹਨ। ਸਟੋਮੈਟਾ ਦੇ ਸਾਈਡਾਂ 'ਤੇ ਕਿਡਨੀ ਸ਼ੇਪ ਗਾਰਡ ਸੈੱਲ ਹੁੰਦੇ ਹਨ, ਠੀਕ ਹੈ, ਜਿਨ੍ਹਾਂ ਰਾਹੀਂ ਪਾਣੀ ਅਤੇ ਕਾਰਬਨ ਡਾਈਆਕਸਾਈਡ ਦਾ ਐਕਸਚੇਂਜ ਹੁੰਦਾ। ਕਾਰਬਨ ਡਾਈਆਕਸਾਈਡ ਐਂਡ ਆਕਸੀਜਨ ਦਾ ਐਕਸਚੇਂਜ ਹੁੰਦਾ।
ਤੁਸੀਂ ਅਨੀਅਨ ਦੀ ਪੀਲ ਅਤੇ ਚੀਕ ਸੈੱਲਾਂ ਦਾ ਧਿਆਨ ਕਰ ਸਕਦੇ ਹੋ। ਅਨੀਅਨ ਦੀ ਪਲਾਜ਼ਮਾ ਮੈਂਬਰੇਨ ਲੈ ਕੇ ਉਹਨੂੰ ਉਹਦੇ ਉੱਤੇ ਸੈਫਰੀਨ ਜਾਂ ਮਿਥਲੀਨ ਬਲੂ ਦਾ ਘੋਲ ਪਾ ਕੇ ਤੁਸੀਂ ਦੇਖ ਸਕਦੇ ਹੋ ਸੈੱਲ, ਠੀਕ ਹੈ, ਜਿਨ੍ਹਾਂ ਦੀ ਸੈੱਲ ਵਾਲ, ਨਿਊਕਲੀਅਸ, ਸਾਈਟੋਪਲਾਜ਼ਮ ਅਤੇ ਇਹਦੇ ਵਿੱਚ ਵੈਕਿਊਲ ਸਪਸ਼ਟ ਨਜ਼ਰ ਆਉਂਦੇ ਹਨ। ਔਰ ਚੀਕ ਸੈੱਲ ਗੱਲ ਦੇ ਐਪੀਥੀਲੀਅਲ ਸੈੱਲਾਂ ਦਾ ਧਿਆਨ ਕਰ ਸਕਦੇ ਹੋ। ਇਹਦੇ ਵਿੱਚ ਵੀ ਸੈੱਲ ਮੈਂਬਰੇਨ, ਨਿਊਕਲੀਅਸ ਅਤੇ ਸਾਈਟੋਪਲਾਜ਼ਮ ਹੋਏਗਾ, ਠੀਕ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹੈਗੇ ਹਾਂ ਕਿ ਜਿਹੜਾ ਹੈਗਾ ਇੱਕ ਸਭ ਤੋਂ ਛੋਟਾ ਸੈੱਲਾਂ ਦਾ ਸਾਈਜ਼ ਮਾਈਕਰੋਮੀਟਰ 'ਚ ਹੁੰਦਾ। ਲਾਰਜੈਸਟ ਸੈੱਲ ਜਿਹੜਾ ਹੈਗਾ ਓਸਟ੍ਰਿਚ ਦਾ ਐਗ ਹੈਗਾ। ਸਭ ਤੋਂ ਸਮਾਲੈਸਟ ਸੈੱਲ ਮਾਈਕੋਪਲਾਜ਼ਮਾ ਹੁੰਦਾ ਹੈਗਾ। ਸੈੱਲ ਦੇ ਸਾਈਜ਼ ਨੂੰ ਅਸੀਂ ਮਾਈਕਰੋਮੀਟਰ 'ਚ ਜਾਂ ਸੈਂਟੀਮੀਟਰ 'ਚ ਮਾਪਦੇ ਹਾਂ। ਇੱਕ ਮਾਈਕਰੋਮੀਟਰ 1/1000 ਮਿਲੀਮੀਟਰ ਦੇ ਇਕੁਅਲੈਂਟ ਹੁੰਦਾ ਹੈ। ਸਭ ਤੋਂ ਛੋਟੇ ਸੈੱਲਾਂ ਨੂੰ ਮਾਈਕਰੋ ਸੈੱਲ ਕਿਹਾ ਜਾਂਦਾ ਹੈ। ਵੱਡੇ ਸੈੱਲ ਓਸਟ੍ਰਿਚ ਦਾ ਐਗ ਇੱਕ ਉਦਾਹਰਨ ਹੈ। ਤੁਸੀਂ ਐਲੋਡੀਆ ਟ੍ਰੈਡਸਕੈਂਟੀਆ ਟ੍ਰੈਡਸਕੈਂਟੀਆ ਦਾ ਪਲਾਂਟਸ ਹੈਗਾ, ਇਹਦੇ ਵਿੱਚੋਂ ਤੁਸੀਂ ਸਟੋਮੇਟਾ ਦਾ ਅਧਿਐਨ ਕਰ ਸਕਦੇ ਹੋ। ਜਾਂ ਸੈੱਲਾਂ ਦਾ ਇਹ ਹੈਗਾ ਇਲੋਡੀਆ, ਔਰ ਇਹ ਹੈਗਾ ਤੁਹਾਡਾ ਰੋਈਓ ਦਾ ਪਲਾਂਟ। ਇਹਨਾਂ ਰਾਹੀਂ ਤੁਸੀਂ ਸਟੋਮੇਟਾ ਦੀ ਜਾਂ ਸੈੱਲਾਂ ਦੀ ਸਲਾਈਡ ਬਣਾ ਕੇ ਅੱਛੀ ਤਰ੍ਹਾਂ ਦੇਖ ਸਕਦੇ ਹੋ। ਬਾਇਓਲੋਜੀਕਲ ਲੈਵਲ ਆਫ ਆਰਗੇਨਾਈਜੇਸ਼ਨ, ਸੈੱਲਾਂ ਮਿਲ ਕੇ ਇੱਕ ਸਪੈਸ਼ਲਾਈਜ਼ ਟਿਸ਼ੂ ਬਣਾਉਂਦੇ। ਟਿਸ਼ੂ ਜਿਹੜੇ ਹੈਗੇ ਇੱਕ ਸਪੈਸ਼ਲਾਈਜ਼ ਕੰਮ ਕਰਨਗੇ, ਔਰਗਨਸ ਬਣਨਗੇ, ਔਰਗਨ ਮਿਲ ਕੇ ਔਰਗਨ ਸਿਸਟਮ ਮਿਲ ਕੇ ਔਰਗਨਿਜ਼ਮ, ਇੱਦਾਂ, ਠੀਕ ਹੈ। ਲੈਵਲ ਮਤਲਬ ਸੈੱਲਾਂ ਤੋਂ ਜੋ ਹੈ ਔਰਗਨ ਸਿਸਟਮਸ ਬਣਦੇ ਹਨ। ਨਿਊਕਲੀਅਸ ਦੇ ਵਿੱਚ ਡੀਐਨਏ ਉੱਤੇ ਜੀਨਸ ਲੱਗੇ ਹੁੰਦੇ ਆ, ਜਿਹੜੇ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਜਾਣਗੇ। ਅਨੁਵੰਸ਼ਿਕਤਾ ਦਾ ਮਟੀਰੀਅਲ ਲੈ ਕੇ ਬਾਹਰਲੀ ਮੈਂਬਰੇਨ ਨੂੰ ਨਿਊਕਲੀਓ ਮੈਂਬਰੇਨ ਕਹਿੰਦੇ ਆ। ਨਿਊਕਲੀਓਪਲਾਜ਼ਮ, ਇਹਦੇ ਵਿੱਚ ਡੀਐਨਏ ਹੁੰਦਾ। ਸੈੱਲਾਂ ਦੇ ਵਿੱਚ ਕੀ ਹੈਗਾ, ਨਿਊਕਲੀਅਸ ਹੋਏਗਾ। ਨਿਊਕਲੀਅਸ ਕੰਟਰੋਲ ਦਾ ਕੰਮ ਕਰਦਾ ਔਰ ਇਹਦੇ ਵਿੱਚ ਡੀਐਨਏ ਹੁੰਦਾ। ਡੀਐਨਏ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਪ੍ਰਮੋਟ ਕਰਦਾ ਹੈ। ਇਸ ਕਰਕੇ ਸਾਡੇ ਕੁਝ ਕੁ ਗੁਣ ਸਾਡੇ ਦੋਨੋਂ ਪੇਰੈਂਟਸ ਨਾਲ ਮਿਲਦੇ ਹਨ। ਨਿਊਕਲੀਅਸ ਦੇ ਵਿੱਚ ਦੇ ਕੋਲ ਨਿਊਕਲੀਓਲਸ ਵੀ ਹੁੰਦਾ। ਨਿਊਕਲੀਅਸ ਦਾ ਕੰਮ ਸੈੱਲ ਦੀਆਂ ਕਿਰਿਆਵਾਂ ਨੂੰ ਕੰਟਰੋਲ ਕਰਨਾ ਔਰ ਅਨੁਵੰਸ਼ਿਕਤਾ ਦੇ ਮਟੀਰੀਅਲ ਨੂੰ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਪਹੁੰਚਾਉਣਾ। ਨਾਓ ਕਮ ਟੂ ਦੀ ਯੂਕੈਰੀਓਟਿਕ ਐਂਡ ਪ੍ਰੋਕੈਰੀਓਟਿਕ ਸੈੱਲ। ਪ੍ਰੋਕੈਰੀਓਟਿਕ ਸੈੱਲ ਜਿਨ੍ਹਾਂ ਦੇ ਵਿੱਚ RNA ਸਿੱਧਾ ਹੀ ਸਾਈਟੋਪਲਾਜ਼ਮ ਦੇ ਵਿੱਚ ਪਿਆ ਹੁੰਦਾ, ਕੋਈ ਵੀ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ। ਜਦੋਂ ਕਿ ਇਹਨਾਂ ਦੇ ਵਿੱਚ ਯੂਕੈਰੀਓਟਿਕ ਸੈੱਲ ਦੇ ਵਿੱਚ ਨਿਊਕਲੀਅਸ ਜਿਹੜਾ ਹੈਗਾ ਪਰਟੀਕੂਲਰਲੀ ਨਿਊਕਲੀਅਰ ਮੈਂਬਰੇਨ ਹੁੰਦੀ ਹੈ, ਔਰਗੇਨੈਲਿਜ਼ ਹੋਣਗੇ, ਠੀਕ ਹੈ। ਪ੍ਰੋਕੈਰੀਓਟਿਕ ਸੈੱਲ 'ਚ ਸਿਰਫ DNA ਜਾਂ RNA ਸੈੱਲ ਦੇ ਵਿੱਚ ਸਿੱਧਾ ਹੀ ਸਾਈਟੋਪਲਾਜ਼ਮ 'ਚ ਪਿਆ ਹੁੰਦਾ ਹੈਗਾ। ਉਸ ਤੋਂ ਬਾਅਦ ਹੈਗਾ ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਸੈੱਲ ਦੇ ਵਿੱਚ ਡਿਫਰੈਂਸ। ਜਿਹੜੀ ਪ੍ਰੋਕੈਰੀਓਟਿਕ ਸੈੱਲ ਹੁੰਦੇ ਆ, ਇਹਨਾਂ ਦੇ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ। ਯੂਕੈਰੀਓਟਿਕ ਸੈੱਲ ਦੇ ਵਿੱਚ ਨਿਊਕਲੀਅਰ ਮੈਂਬਰੇਨ ਪ੍ਰੈਜ਼ੈਂਟ ਹੁੰਦੀ ਹੈਗੀ ਹੈ। ਯੂ ਕੈਨ ਅਗੇਨ ਸੀ ਦੀ ਡਿਫਰੈਂਸ। ਜਿਹੜੇ ਯੂਕੈਰੀਓਟਿਕ ਸੈੱਲ ਹੁੰਦੇ ਆ ਉਹਨਾਂ 'ਚ DNA ਹੁੰਦਾ ਔਰ ਨਿਊਕਲੀਅਰ ਮੈਂਬਰੇਨ ਪ੍ਰੈਜ਼ੈਂਟ ਹੁੰਦੀ ਹੈ, ਜਦੋਂ ਕਿ ਇਸ ਨਿਊਕਲੀਅਸ ਜਾਂ ਨਿਊਕਲੀਅਰ ਮੈਂਬਰੇਨ ਜਾਂ ਔਰਗੇਨੈਲਿਜ਼ ਇਹ ਪ੍ਰੋਕੈਰੀਓਟਿਕ ਸੈੱਲਾਂ ਦੇ ਵਿੱਚ ਨਹੀਂ ਹੁੰਦੀਆਂ। ਜਿਵੇਂ ਐਗਜ਼ਾਮਪਲ ਆਰਕੀਆ ਐਂਡ ਬੈਕਟੀਰੀਆ। ਯੂਕੈਰੀਓਟਿਕ ਸੈੱਲ ਆਲ ਪਲਾਂਟਸ, ਐਨੀਮਲਸ, ਪ੍ਰੋਟਿਸਟਾ ਐਂਡ ਫੰਜਾਈ, ਇਹਨਾਂ ਦੇ ਸੈੱਲ ਕੀ ਹੁੰਦੇ ਆ, ਇਹਨਾਂ ਦੇ ਵਿੱਚ ਕੀ ਹੁੰਦਾ, ਨਿਊਕਲੀਅਸ ਹੁੰਦਾ ਹੈਗਾ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ। ਰੇਨੂ, ਜ਼ਿਲ੍ਹਾ ਮਾਨਸਾ, GMS। ਦਿਸ ਵਾਜ਼ ਦੀ ਸ਼ਾਰਟ ਸਟੋਰੀ ਅਬਾਊਟ ਦੀ ਸੈੱਲ। ਵੀ ਆਲਰੇਡੀ ਡਨ ਇਨ some other video. This was again recapitulation. Thank you for watching the video.